हाँ जी बच्चों, जमात 10वीं भाग पहला पाठ चौथा पढ़न लगे ਆਪਾਂ ਭਾਈ ਗੁਰਦਾਸ ਜੀ ਵਿਆਖਿਆ ਵਾਲਾ। ਭਾਈ ਗੁਰਦਾਸ ਜੀ ਬਹੁਪੱਖੀ ਸ਼ਖਸੀਅਤ ਵਾਲੇ ਵਿਦਵਾਨ ਅਤੇ ਸਾਹਿਤ ਸਿਰਜਕ ਸਨ। ਆਪ ਜੀ ਦਾ ਜਨਮ 1551 ਈਸਵੀ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਸਥਿਤ ਦਾਸ ਭੱਲਾ ਜੀ ਦੇ ਘਰ ਵਿਖੇ ਹੋਇਆ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਹੋਣ ਦੇ ਨਾਲ ਨਾਲ ਗੁਰੂ ਘਰ ਦੇ ਸੇਵਕ ਅਤੇ ਅਨੰਨ ਭਗਤ ਸਨ। ਆਪ ਜੀ ਬਹੁਭਾਸ਼ਾਈ ਪ੍ਰਤਿਭਾ ਦੇ ਧਾਰਨੀ ਸਨ। ਆਪ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਡੂੰਘਾ ਗਿਆਨ ਸੀ। ਭਾਈ ਗੁਰਦਾਸ ਜੀ ਗੁਰਮਤਿ ਫਲਸਫੇ ਦੇ ਪ੍ਰਚਾਰਕ ਸਨ। ਬਾਬਾ ਬੁੱਢਾ ਜੀ ਮਗਰੋਂ ਆਪ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਗ੍ਰੰਥੀ ਥਾਪਿਆ ਗਿਆ। ਸਿੱਖ ਮਤ ਦਾ ਪ੍ਰਚਾਰ ਕਰਨ ਲਈ ਆਪ ਨੂੰ ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਭੇਜਿਆ ਗਿਆ। ਆਪ ਗੁਰੂ ਘਰ ਦੀ ਸੇਵਾ ਕਰਦਿਆਂ ਆਪ ਜੀ 1637 ਈਸਵੀ ਵਿੱਚ 86 ਸਾਲਾਂ ਦੀ ਉਮਰ ਵਿੱਚ ਬਿਤਾਨ ਮਗਰੋਂ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਭਾਈ ਗੁਰਦਾਸ ਜੀ ਆਦਿ ਗ੍ਰੰਥ ਦੀ ਵੀਰ ਦੇ ਇੱਕ ਅਦਬ ਨਿਖਾਰੀ ਸਨ। ਆਪ ਜੀ ਨੇ ਇਹ ਕਾਰਜ 4 ਸਾਲਾਂ 1600 ਤੋਂ 1604 ਈਸਵੀ ਵਿੱਚ ਸੰਪੂਰਨ ਕੀਤਾ। ਇਸ ਦੇ ਨਾਲ ਨਾਲ ਆਪ ਨੇ ਆਪਣੀ ਕਵਿਤਾ ਦੁਆਰਾ ਗੁਰਮਤਿ ਦੇ ਸਿਧਾਂਤਾਂ ਦੀ ਸਰਲ ਵਿਆਖਿਆ ਵੀ ਕੀਤੀ। ਗੁਰਮਤਿ ਮਾਰਗ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਪੂੰਜੀ ਦੀ ਪਦਵੀ ਪ੍ਰਦਾਨ ਕੀਤੀ। ਆਪ ਦੁਆਰਾ ਰਚਿਤ ਵਾਰਾਂ ਆਪ ਵਿੱਚ ਇਤਿਹਾਸ ਅਤੇ ਮਿਥਿਹਾਸ ਦੇ ਪੌਰਾਣਿਕਤਾ ਦਾ ਸੁਮੇਲ ਹੈ। ਭਾਈ ਗੁਰਦਾਸ ਜੀ ਦੀ ਕੁੱਲ ਰਚਨਾ 40 ਵਾਰਾਂ ਅਤੇ 556 ਕਵੀ ਸਵਈਏ ਹਨ। ਇਹਨਾਂ ਵਿੱਚੋਂ ਕਵੀ ਦੇ ਸਵਈਏ ਬ੍ਰਜ ਭਾਸ਼ਾ ਵਿੱਚ ਹਨ ਅਤੇ ਵਾਰਾਂ ਪੰਜਾਬੀ ਵਿੱਚ। ਇਹ ਵਾਰਾਂ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਦੇ ਮਹੱਤਵਪੂਰਨ ਅਤੇ ਵਿਸ਼ੇਸ਼ ਹਨ। ਇਹਨਾਂ ਵਿੱਚ ਗੁਰਮਤਿ ਫਲਸਫੇ ਦੇ ਸਿਧਾਂਤਾਂ ਦੀ ਵਿਆਖਿਆ, ਗੁਰੂ ਰਸਾਲੇ ਦਾ ਸੰਬੰਧ, ਸੇਵਾ, ਭਗਤੀ, ਨਿਮਰਤਾ, ਗੁਰਮਤਿ ਦੀ ਵਡਿਆਈ ਅਤੇ ਸਮਕਾਲੀ ਸਮਾਜ ਦਾ ਯਥਾਰਥ ਆਦਿ ਅਨੇਕਾਂ ਵਿਸ਼ੇ ਲਏ ਗਏ ਹਨ। ਹਥਲੇ ਕਾਵਿ ਸੰਗ੍ਰਹਿ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ 94 ਅੰਸ਼ ਸ਼ਾਮਿਲ ਕੀਤੇ ਗਏ ਹਨ। ਹਥਲੇ ਯਾਨੀ ਕਿ ਜੋ ਹੱਥ ਨਾਲ ਲਿਖੇ ਹੋਏ ਸੰਗ੍ਰਹਿ ਹਨ ਉਹ ਵੀ ਸ਼ਾਮਿਲ ਕੀਤੇ ਗਏ ਹਨ। ਹੁਣ ਆਪਾਂ ਇਹਨਾਂ ਦੀ ਵਿਆਖਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਮਾਂ ਕੀਤਾ। ਇਹ ਜੋ ਕਾਵਿ ਸਤਰਾਂ ਹੈ ਸਾਹਿਤ ਸੁਗੰਧੀਆਂ ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਬਾਣੀ ਧਰੂ ਹੱਸਦਾ ਘਰ ਆਇਆ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਭਾਈ ਸਾਹਿਬ ਨੇ ਧਰੂ ਭਗਤ ਦੀ ਕਥਾ ਰਾਹੀਂ ਗੁਰਮੁਖ ਨੂੰ ਪ੍ਰਭੂ ਦਾ ਨਾਮ ਜਪਣ ਤੇ ਨਿਰਮਾਨਤਾ ਰਹਿਣ ਦੀ ਸਿੱਖਿਆ ਦਿੱਤੀ ਹੈ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਭਾਈ ਸਾਹਿਬ ਜੀ ਦੇ ਵਿੱਚ ਫਰਮਾਉਂਦੇ ਹਨ ਕਿ ਜਿਸ ਦਿਨ ਧਰੂ ਹੱਸਦਾ ਘਰ ਆਇਆ ਤੇ ਪਿਤਾ ਰਾਜੇ ਉਤਾਨਪਾਦ ਨੇ ਪਿਆਰ ਨਾਲ ਉਸ ਨੂੰ ਕੁਛੜ ਚੁੱਕਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਮਾਂ ਕੀਤਾ, ਤਾਂ ਉਸ ਸਮੇਂ ਕੀ ਸੀ, ਉਸ ਦੀ ਮਾਂ ਜੋ ਸੁਰੁਚੀ ਸੀ ਮਤਰੇਈ ਮਾਂ, ਉਸਦੇ ਮਨ ਵਿੱਚ ਬਹੁਤ ਗੁੱਸਾ ਕੀਤਾ ਅਤੇ ਧਰੂ ਨੂੰ ਬਾਂਹ ਫੜ ਕੇ ਕੀ ਹੈ ਗੋਦੀ 'ਚੋਂ ਉਠਾ ਦਿੱਤਾ। ਡੱਡੂ ਹਲਿਕਾ ਮਾਂ ਪੁੱਛੇ ਤੂੰ ਸਾਵਾਨੀ ਹੈ ਕਿ ਸੂਰੀਤਾ, ਸਾਵਾਨੀ ਹਾਂ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ। ਫਿਰ ਧਰੂ ਰੋਣ ਹੱਕਾ ਹੋ ਕੇ ਆਪਣੀ ਮਾਂ ਦੇ ਕੋਲ ਗਿਆ ਅਤੇ ਸੁਨੀਤੀ ਨੂੰ ਪੁੱਛਣ ਲੱਗਿਆ ਕਿ ਉਹ ਰਾਣੀ ਹੈ ਜਾਂ ਨੌਕਰਾਣੀ। ਤਾਂ ਮਾਂ ਨੇ ਉੱਤਰ ਦਿੱਤਾ ਕਿ ਉਹ ਜਨਮ ਤੋਂ ਤਾਂ ਕੀ ਹੈ ਰਾਣੀ, ਪਰ ਉਸਨੇ ਨਾਮ ਭਗਤੀ ਨਹੀਂ ਕੀਤੀ, ਇਸ ਕਰਕੇ ਉਹਦੇ ਕਰਮ ਜਿਹੜੇ ਨਹੀਂ ਹੋਏ ਤਾਂ ਉਸ ਨੂੰ ਕੀ ਹੈ ਉਹ ਨੌਕਰਾਣੀ ਹੀ ਹੈ। ਅਤੇ ਉਸਦੇ ਨਾਮ ਦੇ ਜਪਣ ਦੀ ਭਗਤੀ ਕਰਮ ਨਾਲ ਕੀਤੇ ਉਹਨੂੰ ਕੀ ਹੈ ਨੌਕਰਾਣੀ ਦਾ ਦਰਜਾ ਮਿਲਿਆ ਹੈ। ਕਿਸ ਉਦਮ ਤੇ ਰਾਜ ਮਿਲ ਸਤਰ ਤੇ ਸਭ ਹੋਵਨ ਮੀਤਾ। ਫਿਰ ਧਰੂ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਇਸ ਧਰੂ ਕੀ ਪੁੱਛਦਾ ਹੈ ਕਿ ਕਿਹੜੇ ਕੰਮਾਂ ਨਾਲ ਮੁੜ ਕੇ ਸਾਨੂੰ ਰਾਜ ਮਿਲ ਸਕਦਾ ਹੈ ਅਤੇ ਵੈਰੀ ਹੈ ਜਿਹੜੇ ਉਹ ਸਾਡੇ ਸਾਰੇ ਮਿੱਤਰ ਬਣ ਸਕਦੇ ਹਨ। ਪਰਮੇਸ਼ਰ ਆਰਾਧੀਏ ਜਿੰਦੂ ਹੋਈਏ ਪਤਿਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਫਿਰ ਇਸ ਦੇ ਵਿੱਚ ਧਰੂ ਨੇ ਜਦੋਂ ਆਪਦੀ ਮਾਂ ਨੂੰ ਪੁੱਛਿਆ ਤਾਂ ਉਸਦੀ ਮਾਤਾ ਜੀ ਕੀ ਫਰਮਾਉਂਦੇ ਹੈ, ਧਰੂ ਨੂੰ ਦੱਸਦੇ ਹਨ ਕਿ ਜੋ ਭਗਤੀ ਹੈ, ਭਗਤੀ ਕਰਨ ਨਾਲ ਕੀ ਪਾਪੀ ਵੀ ਪਵਿੱਤਰ ਹੋ ਜਾਂਦੇ। ਸੁਣ ਕੇ ਧਰੂ ਕੀ ਕੀਤਾ, ਤਪ ਕਰਨ ਲਈ ਘਰੋਂ ਬਾਹਰ ਚਲਾ ਗਿਆ, ਕਿਉਂਕਿ ਉਸਦਾ ਮਨ ਕੀ ਸੀਗਾ ਬੈਰਾਗ ਯਾਨੀ ਕਿ ਉਦਾਸ ਹੋ ਗਿਆ ਸੀ। ਤਾਂ ਉਹਨਾਂ ਨੇ ਦੱਸਿਆ ਕਿ ਭਗਤੀ ਕਰਨ ਨਾਲ ਪਾਪੀ ਤਾਂ ਪਵਿੱਤਰ ਹੋ ਜਾਂਦੇ ਹੈ। ਇਸ ਗੱਲ ਨੂੰ ਉਹ ਸਮਝ ਕੇ ਕੀ ਹੈ ਤਪ ਕਰਨ ਵਾਸਤੇ ਕਿੱਥੇ ਚਲਾ ਗਿਆ, ਬਾਹਰ ਜੰਗਲ ਵਿੱਚ ਚਲਾ ਗਿਆ। ਨਾਰਦ ਮੁਨੀ ਉਪਦੇਸਿਆ ਨਾਉ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ ਵਚਲ ਰਾਜ ਕਰੋ ਨਿਤ ਨੀਤਾ। ਫਿਰ ਉਸਦੇ ਵਿੱਚ ਕੀ ਹੈ ਧਰੂ ਜਦੋਂ ਤਪੱਸਿਆ ਕਰਨ ਗਿਆ ਜੰਗਲਾਂ ਦੇ ਵਿੱਚ, ਧਰੂ ਨੂੰ ਉਸ ਤੋਂ ਕੀ ਹੈ ਨਾਮ ਖਜ਼ਾਨਾ ਕਿਸ ਤੋਂ ਮਿਲਿਆ ਸੀ, ਨਾਰਦ ਮੁਨੀ, ਯਾਨੀ ਕਿ ਉੱਥੇ ਨਾਰਦ ਮੁਨੀ ਆਏ ਤਾਂ ਉਸਨੇ ਉਸਨੂੰ ਕੀ ਸਿੱਖਿਆ ਦਿੱਤੀ ਕਿ ਖਜ਼ਾਨਾ ਪ੍ਰੇਮ ਦਾ ਭਗਤ ਦਾ ਪੀਤਾ, ਯਾਨੀ ਕਿ ਉਹਨਾਂ ਨੇ ਪਰਮਾਤਮਾ ਦਾ ਪਿਆਲਾ ਪੀਤਾ, ਯਾਨੀ ਉਹਨਾਂ ਨੂੰ ਅੰਮ੍ਰਿਤ ਦਾ ਪਿਆਲਾ ਦਿੱਤਾ। ਅਤੇ ਮਗਰੋਂ ਜਦੋਂ ਰਾਜੇ ਨੇ ਉਸ ਨੂੰ ਕੀ ਹੈ ਬੁਲਾਇਆ ਤਾਂ ਧਰੂ ਨੇ ਕੀ ਕਿਹਾ ਸੀ ਕਿ ਮੈਨੂੰ ਕੋਈ ਰਾਜ ਦੀ ਲੋੜ ਨਹੀਂ, ਮੈਂ ਤਾਂ ਸਦਾ ਹੀ ਅਚਲ ਰਵਾਂਗਾ, ਯਾਨੀ ਕਿ ਮੈਂ ਰਾਜ ਕਰਨ ਵਾਲਾ ਰਵਾਂਗਾ ਕਿ ਸਾਰੇ ਮੈਨੂੰ ਯਾਦ ਕਰਨਗੇ। ਹਾਰ ਚਲੇ ਗੁਰਮੁਖ ਜਗ ਜੀਤਾ। ਤਾਂ ਫਿਰ ਉਹ ਗੁਰੂ ਸਾਹਿਬ ਜੀ ਕੀ ਫਰਮਾਉਂਦੇ ਹਨ ਕਿ ਜੋ ਸੰਸਾਰ ਦੇ ਵਿੱਚ ਹਾਰ ਕੇ ਚੱਲਦੇ ਹਨ ਅਤੇ ਇਸ ਤਰ੍ਹਾਂ ਉਹ ਸੰਸਾਰ ਦੇ ਵਿੱਚ ਕੀ ਹੈ ਸਾਰੇ ਹੀ ਜਿੱਤ ਪ੍ਰਾਪਤ ਕਰ ਲੈਂਦੇ ਹਨ। ਇਹ ਜਿਹੜਾ ਕੀ ਹੈ ਧਰੂ ਹੱਸਦਾ ਘਰ ਆਇਆ ਆਪਣਾ
ਪਹਿਲੀ ਵਿਆਖਿਆ ਪੂਰੀ ਹੁੰਦੀ ਹੈ। ਹੁਣ ਆਪਾਂ ਅੱਗੇਲੀ ਵਿਆਖਿਆ ਦੇਖਾਂਗੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਸ ਔਰ ਉਸ ਗਾਏ ਹੈ ਪਰ ਤਨ ਹਿੰਦੂ ਮੁਸਲਮਾਨੇ। ਫਿਰ ਆਪਣਾ ਜਿਹੜਾ ਇਹ ਕਾਵ ਸਤਰਾਂ ਹਨ, ਦੇਖ ਪਰਾਈਆਂ ਚੰਗੀਆਂ ਕਿੱਥੋਂ ਲਈਆਂ ਗਈਆਂ ਹਨ? ਸਾਹਿਤ ਸੁਗੰਧੀਆਂ ਪੁਸਤਕ ਵਿੱਚ ਦਰਜ ਹੈ ਅਤੇ ਭਾਈ ਗੁਰਦਾਸ ਦੀ ਰਚਨਾ ਹੈ। ਅਤੇ ਇਸ ਵਿੱਚ ਭਾਈ ਸਾਹਿਬ ਨੇ ਕੀ ਦੱਸਿਆ ਕਿ ਗੁਰਸਿੱਖ ਨੂੰ ਹਮੇਸ਼ਾ ਕੀ ਹੈ, ਨੇਕ ਜੀਵਨ ਜੀਣੇ ਚਾਹੀਦੇ ਹੈ ਅਤੇ ਨੇਕ ਕੰਮ ਕਰਨ ਚੱਲਣੇ ਚਾਹੀਦੇ ਹਨ। ਦੇਖ ਪਰਾਈਆਂ ਚੰਗੀਆਂ, ਭਾਈ ਸਾਹਿਬ ਜੀ ਗੁਰੂ ਜੀ ਫਰਮਾਉਂਦੇ ਹਨ ਕਿ ਗੁਰਸਿੱਖ ਦਾ ਕੀ ਫਰਜ਼ ਹੈ ਕਿ ਉਹ ਪਰਾਈਆਂ ਸੁੰਦਰ ਇਸਤਰੀਆਂ ਨੂੰ ਵੇਖ ਕੇ ਉਹਨਾਂ ਨੂੰ ਆਪਣੀਆਂ ਕੀ ਸਮਝੇ? ਧੀਆਂ ਭੈਣਾਂ ਅਤੇ ਮਾਵਾਂ ਸਮਝੇ, ਯਾਨੀ ਕਿ ਉਹਨਾਂ ਨੂੰ ਉਸ ਦੇ ਬਰਾਬਰ ਦਾ ਦਰਜਾ ਦੇਵੇ। ਉਸ ਔਰ ਉਸ ਗਾਏ ਹੈ ਪਰ ਤਨ ਹਿੰਦੂ ਮੁਸਲਮਾਨੇ। ਅਤੇ ਗੁਰਸਿੱਖ ਨੂੰ ਪਰਾਏ ਤਨ ਨੂੰ ਹੜਪ ਨਹੀਂ ਕਰਨਾ, ਕਿਉਂਕਿ ਪਰਾਇਆ ਹੱਕ ਕੀ ਹੈ? ਤਨ ਉਸ ਦੇ ਲਈ ਕੀ ਹੈ? ਸੂਅਰ ਖਾਣ ਦੇ ਬਰਾਬਰ ਹੈ, ਅਤੇ ਜਿਹੜਾ ਕਿ ਹਿੰਦੂ ਲਈ ਗਊ ਦਾ ਮਾਸ ਦੇ ਬਰਾਬਰ ਹੈ, ਅਤੇ ਮੁਸਲਮਾਨ ਲਈ ਕੀ ਹੈ? ਸੂਰ ਦਾ ਮਾਸ ਖਾਣ ਦੇ ਬਰਾਬਰ ਦੱਸਿਆ ਗਿਆ ਹੈ। ਪੁੱਤਰ ਕਲੱਤਰ ਕੁਟੁੰਬ ਦੇਖ ਮੋਹੇ ਮੋਹੇ ਨਾ ਧਿਆਨੇ, ਉਸਤਤ ਨਿੰਦਾ ਕੰਨ ਸੁਣ ਆਪੋ ਬੁਰਾ ਨਾ ਆਖ ਵਖਾਨੇ। ਫਿਰ ਇਸ ਵਿੱਚ ਕੀ ਦੱਸਿਆ ਉਹਨਾਂ ਨੇ ਕਿ ਸਾਨੂੰ ਪੁੱਤਰ ਇਸਤਰੀ ਪਰਿਵਾਰ ਵੇਖ ਕੇ ਉਹਨਾਂ ਦੇ ਵਿੱਚ ਮੋਹ ਨਹੀਂ ਜਾਣਾ ਚਾਹੀਦਾ, ਯਾਨੀ ਕਿ ਉਸ ਦੇ ਵਿੱਚ ਨਹੀਂ ਕਰਨੀ ਚਾਹੀਦੀ, ਜ਼ਬਰਦਸਤੀ ਧੱਕੇ ਨਾਲ ਨਹੀਂ ਰਹਿਣਾ ਚਾਹੀਦਾ। ਉਹ ਪਰਾਈ ਉਸਤਤ ਨਿੰਦਿਆ ਨੂੰ ਕੰਨਾਂ ਨਾਲ ਸੁਣੇ ਅਤੇ ਨਾ ਹੀ ਉਹ ਆਪਣੇ ਮੂੰਹ ਕਿਸੇ ਤੋਂ ਬੁਰਾ ਆਖੇ ਅਤੇ ਨਾ ਹੀ ਕਿਸੇ ਤੋਂ ਬੁਰਾ ਅਖਵਾਵੇ, ਯਾਨੀ ਕਿ ਦੂਸਰੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਵੱਡ ਪ੍ਰਤਾਪ ਨਾ ਆਪ ਗਨ ਕਰ ਅਹਿਮਿਓ ਨਾ ਕਿਸੇ ਰਵਾਨੇ, ਗੁਰਮੁਖ ਸੁਖ ਫਲ ਪਾਇਆ ਰਾਜ ਜੋਗ ਰਸ ਰਲੀਆਂ ਮਾਨੇ, ਸਾਧ ਸੰਗਤ ਵਿਠੋਂ ਕੁਰਬਾਨੇ। ਫਿਰ ਉਹਨਾਂ ਨੇ ਇਹਦੇ ਵਿੱਚ ਕੀ ਦੱਸਿਆ ਕਿ ਸਾਡੇ ਵਿੱਚ ਇੰਨੀ ਵੱਡੇ ਪ੍ਰਤਾਪ ਤੇਜ ਵਾਲੇ ਹੋ ਜਾਂਦੇ ਹਨ ਕਿ ਹੰਕਾਰ ਵਿੱਚ ਆ ਕੇ ਅਸੀਂ ਦੁੱਖ ਕਿਸੇ ਨੂੰ ਦਈਏ ਤਾਂ ਸਾਡੀ ਸਥਿਤੀ ਗੁਰਮੁਖਾਂ ਨੂੰ ਸਹਿਜ ਆਨੰਦ ਦੀ ਨਹੀਂ ਹੁੰਦੀ। ਸਾਨੂੰ ਕਿਸੇ ਨੂੰ ਵੀ ਸੰਸਾਰ ਦੇ ਵਿੱਚ ਦੁਖੀ ਨਹੀਂ ਕਰਨਾ ਚਾਹੀਦਾ। ਸੰਸਾਰ ਦੇ ਵਿੱਚ ਕਿ ਜੋ ਕਮਾਉਣ ਵਾਸਤੇ ਆਨੰਦ ਦੇ ਮਾਣ ਵਾਸਤੇ ਅਜਿਹੀਆਂ ਦਾਤਾਂ, ਯਾਨੀ ਕਿ ਜਿਹੜੇ ਬਖਸ਼ੀਆਂ ਦਾਤਾਂ ਦਿੱਤੀਆਂ ਦਾਨ ਦੇਣ ਵਾਲਾ, ਉਹ ਸੰਗਤ ਵਿੱਚ ਕੁਰਬਾਨ ਜਾਂਦੇ ਹਨ। ਅਤੇ ਗੁਰਮੁਖ ਜਿਹੜੇ ਹੈ ਉਹ ਕੀ ਹੈ? ਅਜਿਹੇ ਨੈਤਿਕ ਗੁਣਾਂ ਦੀ ਪ੍ਰਾਪਤੀ ਸਾਧ ਸੰਗਤ ਤੋਂ ਪ੍ਰਾਪਤ ਕਰ ਲੈਂਦੇ ਹਨ। ਇਸ ਕਰਕੇ ਪ੍ਰਮਾਤਮਾ ਦੇ ਨਾਮ ਦੇ ਰਜਾ ਦੇ ਵਿੱਚ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ।